ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਭੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਦੰਡੋਤ ਬੰਦਨਾ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ ਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਮੈਂ ਮੂਰਖ ਕੀ ਕਹਿਤਕ ਬਾਤ ਹੈ ਕੋਟ ਪਰਾਧੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆਰੇ। ਤਰ ਜੀਅਰੇ ਇਕ ਟੇਕ ਤੋਂ ਲਾਹੇ ਵਡਾਨੀ ਆਸ ਨਾਨਕ ਨਾਮ ਤੇ ਆਈਐ ਕਾਰਜ ਆਵੈ ਰਾਸ। ਕਹਾਂ ਬੁੱਧ ਪ੍ਰਭ ਤੁਝ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਹਾਰੀ ਆਪ ਲਿਓ ਤੁਮ ਕਥਾ ਸੁਧਾਰੀ। ਆਪ ਲਿਓ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਦਾ ਅਵਤਾਰ ਸ਼ਾਂਤੀ ਦੇ ਪੁੰਜ ਅੰਮ੍ਰਿਤ ਦੇ ਸੋਮੇ ਗਿਆਨ ਦੇ ਮਹਾਨ ਸਾਗਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜੀ ਸਰਬੱਤ ਸੰਤ ਮਾਈ ਭਾਈ। ਆਓ ਸਾਰੇ ਰਲ ਮਿਲ ਕੇ ਰੋਜ਼ਾਨਾ ਦੀ ਤਰ੍ਹਾਂ ਗੁਰਬਾਣੀ ਦੀ ਅੰਮ੍ਰਿਤ ਵਿਚਾਰ ਸਾਂਝੀ ਕਰਨ ਦੀ ਕੋਸ਼ਿਸ਼ ਕਰੀਏ। ਗੁਰਬਾਣੀ ਦੀ ਪਾਕ ਪਵਿੱਤਰ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਆਓ ਸਾਰੇ ਇੱਕ ਵਾਰੀ ਇਕਾਗਰ ਚਿੱਤ ਹੋ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ। ਵਿਚਾਰ ਲਈ ਬਾਣੀ ਦਾ ਮੂਲ ਪਾਠ ਇਸ ਪ੍ਰਕਾਰ ਹੈ। ਵਾਹਿਗੁਰੂ ਜੀ
ਸ਼ਲੋਕ ਮਹੱਲਾ ਤੀਜਾ। ਆਪਣਾ ਆਪ ਨਾ ਪਛਾਣੀ, ਹਰ ਪ੍ਰਭ ਜਾਤਾ ਦੂਰ। ਗੁਰ ਕੀ ਸੇਵਾ ਵਿਸਰੀ, ਕਿਉ ਮਨ ਰਹੇ ਹਜ਼ੂਰ। ਆਪਣਾ ਆਪ ਨਾ ਪਛਾਣੀ, ਹਰ ਪ੍ਰਭ ਜਾਤਾ ਦੂਰ। ਗੁਰ ਕੀ ਸੇਵਾ ਵਿਸਰੀ, ਕਿਉ ਮਨ ਰਹੇ ਹਜ਼ੂਰ। ਮਨਮੁਖ ਜਨਮ ਗਵਾਇਆ, ਝੂਠੇ ਲਾਲਚ ਕੂਰ। ਨਾਨਕ ਬਖਸ਼ ਮਿਲਾਇਨ, ਸੱਚੇ ਸ਼ਬਦ ਅਧੂਰ। ਮਹੱਲਾ ਤੀਜਾ। ਹਰ ਪ੍ਰਭ ਸੱਚਾ ਸੋਹਿਲਾ, ਗੁਰਮੁਖ ਨਾਮ ਗੋਬਿੰਦ। ਅਨ ਦਿਨ ਨਾਮ ਸਲਾਹਨਾ, ਹਰ ਜਪਿਆ ਮਨ ਆਨੰਦ। ਵਡ ਭਾਗੀ ਹਰ ਪਾਇਆ, ਪੂਰਨ ਪਰਮਾਨੰਦ। ਜਨ ਨਾਨਕ ਨਾਮ ਸਲਾਹਿਆ, ਬਹੁੜ ਨਾ ਮਨ ਤਨ ਭੰਗ। ਪੌੜੀ। ਕੋਈ ਨਿੰਦਕ ਹੋਵੇ ਸਤਿਗੁਰੂ ਕਾ, ਫਿਰ ਸ਼ਰਨ ਗੁਰ ਆਵੈ। ਪਿਛਲੇ ਗੁਨਹ ਸਤਿਗੁਰ ਬਖਸ਼ ਲਏ, ਸਤ ਸੰਗਤ ਨਾਲ ਰਲਾਵੈ। ਜਿਉ ਮੀਂਹ ਉੱਠੈ ਗਲੀਆਂ ਨਾਲੀਆਂ ਟੋਭਿਆਂ ਕਾ ਜਲ। ਜਾਏ ਪਵੈ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ। ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ, ਜਿਤ ਮਿਲਿਆ ਤਿਸ ਨਾ ਭੁੱਖ ਉਤਰੈ। ਹਰ ਸਾਂਤ ਤੜ ਆਵੈ। ਨਾਨਕ ਇਹ ਆਚਰਜ ਦੇਖੋ ਮੇਰੇ, ਹਰ ਸੱਚੇ ਸ਼ਾਹ। ਜੇ ਸਤਿਗੁਰੂ ਨੋ ਮੰਨੈ, ਸੋ ਸਭਨਾ ਮਨ ਸਭਨਾ ਭਾਵੈ। ਨਾਨਕ ਇਹ ਆਚਰਜ ਦੇਖੋ ਮੇਰੇ, ਹਰ ਸੱਚੇ ਸਾਹਾ। ਜੇ ਸਤਿਗੁਰੂ ਨੋ ਮੰਨੈ, ਸੋ ਸਭਨਾ ਭਾਵੈ ਸੁਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿਖੇ ਬਿਰਾਜਮਾਨ ਸੁਸ਼ੋਭਿਤ ਸੁਭਾਈਮਾਨ ਸਤਿਕਾਰਯੋਗ ਸਰਬੱਤ ਸੰਗਤ ਮਾਈ ਭਾਈ। ਇਹ ਪਾਵਨ ਪਵਿੱਤਰ ਬਾਣੀ ਜਿਹੜੀ ਹੁਣੇ ਹੀ ਪੜ੍ਹੀ ਗਈ ਹੈ, ਤੇ ਆਪ ਸਾਰਿਆਂ ਨੇ ਬਹੁਤ ਹੀ ਧਿਆਨ ਨਾਲ ਇਕਾਗਰਚਿਤ ਹੋ ਕੇ ਇਸ ਬਾਣੀ ਨੂੰ ਸਰਵਣ ਕੀਤਾ ਹੈ, ਸੁਣਿਆ। ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਕੋਟਨ ਕੋਟ ਆਪ ਜੀ ਨੇ ਗੁਰਬਾਣੀ ਨੂੰ ਸੁਣਿਆ, ਧਿਆਨ। ਬਿਲਾਵਲ ਕੀ ਵਾਰ ਮਹੱਲਾ ਚੌਥਾ। ਇਸ ਸਰਲੇਖ ਹੇਠ ਅਸੀਂ ਪਿਛਲੇ ਕਈ ਦਿਨਾਂ ਤੋਂ ਬਿਲਾਵਲ ਰਾਗ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਵਾਰ ਜਿਹੜੀ ਹੈ,
ਉਹਨੂੰ ਵਿਚਾਰ ਸਹਿਤ ਪੜ੍ਹਦੇ ਆ ਰਹੇ ਹਾਂ ਤੇ ਸੁਣਦੇ ਆ ਰਹੇ ਹਾਂ। ਅੱਜ ਜਿਹੜੀ ਅਸੀਂ ਇਸ ਵਾਰ ਦੀ ਪੌੜੀ ਪੜ੍ਹੀ ਹੈ ਉਹ ਇਸ ਵਾਰ ਦੀ 13 ਨੰਬਰ ਪੌੜੀ ਹੈ। ਤੇ ਇਸ ਪੌੜੀ ਦੇ ਨਾਲ 2 ਸ਼ਲੋਕ ਹਨ। ਜਿਵੇਂ ਅਸੀਂ ਸਾਰੀ ਵਾਰ ਦੇ ਵਿੱਚ ਪਿੱਛੇ ਦੇਖਦੇ ਆ ਰਹੇ ਤੇ ਇਹ ਜਿਹੜੇ ਸ਼ਲੋਕ ਹਨ ਮਹੱਲੇ ਤੀਜੇ ਦੇ ਗੁਰੂ ਅਮਰਦਾਸ ਜੀ ਮਹਾਰਾਜ। ਇਹ ਪੌੜੀ ਸਾਰਿਆਂ ਤੋਂ ਅਖੀਰਲੀ ਪੌੜੀ ਹੈ। ਇਸ ਤੋਂ ਪਿੱਛੇ ਲਿਖਿਆ ਹੋਇਆ ਹੈ ਸੁੱਧ। ਪਹਿਲਾਂ ਲਿਖਿਆ ਹੋਇਆ ਹੈ 13, ਫਿਰ ਲਿਖਿਆ ਹੋਇਆ ਹੈ 1 ਤੇ ਅਖੀਰ ਵਿੱਚ ਲਿਖਿਆ ਹੋਇਆ ਹੈ ਸੁੱਧ। ਜਿਹੜਾ 13 ਹੈ ਨਾ ਪਿੱਛੇ ਲਿਖਿਆ ਹੋਇਆ, ਉਸ ਦਾ ਇਹ ਭਾਵ ਹੈ ਕਿ ਇਸ ਵਾਰ ਦੀਆਂ ਸਾਰੀਆਂ ਜਿਹੜੀਆਂ ਟੋਟਲ ਪੌੜੀਆਂ ਹਨ ਉਹ 13 ਇਹ 13 ਪੌੜੀਆਂ ਵਾਲੀ ਵਾਰ ਹੈ। ਤੇ ਇਹ ਜਿਹੜੀ 13 ਪੌੜੀਆਂ ਹਨ ਇਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਉਚਾਰਨ ਕੀਤੀਆਂ ਹੋਈਆਂ ਹਨ। ਤੇ ਇਹਨਾਂ ਨਾਲ ਜਿਹੜੇ ਸ਼ਲੋਕ ਲਾਏ ਹੋਏ ਹਨ, ਮਹੱਲੇ ਤੀਜੇ ਦੇ ਸ਼ਲੋਕ ਵੀ ਹਨ, ਮਹੱਲੇ ਚੌਥੇ ਦੇ ਵੀ ਹਨ ਤੇ ਮਹੱਲੇ ਪਹਿਲੇ ਦੇ ਵੀ ਸ਼ਲੋਕ ਆਏ ਹਨ। ਇਹ ਜਿਹੜੇ ਸ਼ਲੋਕ ਹਨ ਇਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜਦੋਂ ਇਸ ਵਾਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪਾਦਨ ਕੀਤਾ ਉਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਹਨਾਂ ਸ਼ਲੋਕਾਂ ਨੂੰ ਨਾਲ ਅੰਕਿਤ ਕੀਤਾ। ਤੇ 13 ਤੋਂ ਮਗਰੋਂ ਪਿੱਛੇ ਲਿਖਿਆ ਹੋਇਆ ਹੈ 1 ਤੋਂ ਭਾਵ ਹੈ ਕਿ ਇਹ ਜਿਹੜੀ 13 ਪੌੜੀਆਂ ਵਾਲੀ ਵਾਰ ਹੈ ਇਹ ਸਮੁੱਚੀ ਇੱਕ ਰਚਨਾ ਹੈ। ਇੱਕ ਰਚਨਾ, ਇਹ ਸਾਰੀ ਇੱਕ ਬਾਣੀ ਹੈ। ਜਿਵੇਂ ਅਸੀਂ ਜਪਜੀ ਸਾਹਿਬ ਵਿੱਚ ਵੀ ਦੇਖਦੇ ਹਾਂ ਪਿੱਛੇ ਜਾ ਕੇ ਲਿਖਿਆ ਹੈ 1, ਇਹ ਸਾਰੀ ਇੱਕ ਬਾਣੀ। ਅਖੀਰ ਵਿੱਚ ਲਿਖਿਆ ਹੈ ਸੁੱਧ। ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤਸਰ ਦੇ ਵਿੱਚ ਰਾਮਸਰ ਦੇ ਸਥਾਨ ਤੇ ਬੈਠ ਕੇ ਭਾਈ ਗੁਰਦਾਸ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਲਿਖਾ ਰਹੇ ਸਨ ਆਪਣੀ ਨਿਗਰਾਨੀ ਦੇ ਹੇਠ। ਜਦੋਂ ਇਹ ਵਾਰ ਸਾਰੀ ਲਿਖ ਦਿੱਤੀ ਭਾਈ ਗੁਰਦਾਸ ਜੀ ਨੇ ਅਸਲ ਦਾ ਉਤਾਰਾ ਜਦੋਂ ਕਰ ਦਿੱਤਾ ਤਾਂ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਪ ਚੈੱਕ ਕੀਤੀ ਹੈ ਚੰਗੀ ਤਰ੍ਹਾਂ ਲਿਖੀ ਹੋਈ। ਤੇ ਜਦੋਂ ਲਿਖੀ ਹੋਈ ਦੇਖੀ ਨਾ ਚੰਗੀ ਤਰ੍ਹਾਂ ਬਈ ਇਹਦੇ ਵਿੱਚ ਨਾ ਕੋਈ ਸਿਹਾਰੀ ਦਾ ਫਰਕ ਹੈ, ਨਾ ਕੋਈ ਬਿਹਾਰੀ ਦਾ ਫਰਕ ਹੈ, ਨਾ ਕੋਈ ਔਂਕੜ ਦਾ ਫਰਕ ਹੈ, ਨਾ ਦਲਿੰਕੜ ਦਾ ਫਰਕ ਹੈ, ਨਾ ਹੋੜੇ ਦਾ ਫਰਕ ਹੈ, ਨਾ ਘਨੋੜੇ ਦਾ ਫਰਕ ਹੈ, ਨਾ ਬਿੰਦੀ ਦਾ ਫਰਕ ਹੈ, ਨਾ ਟਿੱਪੀ ਦਾ ਫਰਕ ਹੈ। ਐਨ ਸ਼ੁੱਧ ਹੈ। ਇਸ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਪਿੱਛੇ ਲਿਖ ਦਿੱਤਾ ਐਨ ਸ਼ੁੱਧ ਹੈ। ਇਸ ਵਾਰ ਦੀ ਬਾਣੀ ਵਿੱਚ ਕਿਸੇ ਪ੍ਰਕਾਰ ਦੀ ਕੋਈ ਵੀ ਲਗ ਮਾਤਰ ਦੀ ਗਲਤੀ ਨਹੀਂ ਐਨ ਸ਼ੁੱਧ।
ਤਾਂ ਸੁਧ ਲਿਖਿਆ ਹੋਇਆ ਹੈ। ਤੇ ਹੁਣ ਆਪਾਂ ਦੇਖਦੇ ਹਾਂ ਕਿ ਜਿਹੜੇ ਸ਼ਲੋਕ ਹਨ ਤੇ ਪੌੜੀ ਹੈ ਜਿਹੜੀ ਅਸੀਂ ਅੱਜ ਪੜ੍ਹੀ ਹੈ, ਉਹਦੇ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਾਨੂੰ ਕੀ ਉਪਦੇਸ਼ ਦਿੰਦੇ ਹਨ, ਸਾਨੂੰ ਕੀ ਸਮਝਾਉਂਦੇ। ਅਸੀਂ ਜਿਹੜਾ ਇਹ ਸਮਾਂ ਕੱਢਿਆ ਹੈ 15, 20, 25, 30 ਮਿੰਟ ਦਾ, ਇਸੇ ਲਈ ਹੀ ਕੱਢਿਆ ਹੈ। ਆਪਾਂ ਨੇ ਰਲ ਮਿਲ ਕੇ ਡਿਸਕਸ ਕਰਨੀ ਹੈ, ਵਿਚਾਰ ਕਰਨੀ ਹੈ, ਚਰਚਾ ਕਰਨੀ ਹੈ ਬਾਣੀ ਦੀ। ਤਾਂ ਸਤਿਗੁਰੂ ਜੀ ਨੇ ਫਰਮਾਇਆ ਸ਼ਲੋਕ ਮਹਲਾ ਤੀਜਾ। ਇਹ ਜਿਹੜਾ ਸ਼ਲੋਕ ਹੈ ਮਹੱਲੇ ਤੀਜੇ ਦਾ ਉਚਾਰਨ ਕੀਤਾ ਹੋਇਆ ਹੈ। ਕੀ ਲਿਖਿਆ ਹੈ ਸ਼ਲੋਕ ਵਿੱਚ? ਆਪਣਾ ਆਪ ਨਾ ਪਛਾਣੀ, ਹਰ ਪ੍ਰਭ ਜਾਤਾ ਦੂਰ। ਕਹਿੰਦੇ ਆਪਣਾ ਆਪ ਨਹੀਂ ਪਛਾਣ ਰਿਹਾ, ਇਸੇ ਲਈ ਹੀ ਪਰਮਾਤਮਾ ਨੂੰ ਦੂਰ ਸਮਝ ਰਿਹਾ ਹੈ। ਇਹ ਗੱਲ ਕਿਹਨੂੰ ਕਹੀ ਗਈ ਹੈ? ਗੁਰੂ ਜੀ ਸਾਨੂੰ ਕੀ ਕਹਿ ਰਹੇ ਨੇ ਗੱਲ? ਕਹਿੰਦੇ ਆਪਣਾ ਆਪ ਤਾਂ ਪਛਾਣਦਾ ਨਹੀਂ, ਪਰਮਾਤਮਾ ਨੂੰ ਕਹਿ ਰਿਹਾ ਹੈ ਦੂਰ ਹੈ। ਹੈ ਨਾ ਪੁੱਠੀ ਜਿਹੀ ਗੱਲ। ਆਪਣੇ ਆਪ ਦੀ ਤਾਂ ਪਛਾਣ ਨਹੀਂ ਕਰ ਰਿਹਾ ਤੇ ਰੱਬ ਨੂੰ ਦੂਰ ਸਮਝ ਰਿਹਾ। ਅਸੀਂ ਸਾਰਿਆਂ ਦੀ ਪਛਾਣ ਕਰ ਲੈਂਦੇ ਹਾਂ। ਮੈਂ ਸਾਰੇ ਰਿਸ਼ਤੇਦਾਰਾਂ ਨੂੰ ਵੀ ਪਛਾਣਦਾ ਹਾਂ, ਯਾਰਾਂ ਦੋਸਤਾਂ ਨੂੰ ਵੀ ਪਛਾਣਦਾ ਹਾਂ, ਪਿੰਡ ਵਾਲਿਆਂ ਨੂੰ ਵੀ ਪਛਾਣਦਾ ਹਾਂ, ਆਂਢੀਆਂ ਗੁਆਂਢੀਆਂ ਨੂੰ ਵੀ ਪਛਾਣਦਾ ਹਾਂ, ਆਪਣੇ ਇਲਾਕੇ ਦੇ ਬੰਦਿਆਂ ਨੂੰ ਮੈਂ ਸਾਰਿਆਂ ਨੂੰ ਪਛਾਣ ਲਿਆ। ਸਭ ਨੂੰ ਪਛਾਣ, ਪਰ ਆਪਣੇ ਆਪ ਨੂੰ ਕਦੇ ਪਛਾਣਿਆ ਹੀ ਨਹੀਂ ਮੈਂ ਕੌਣ ਹਾਂ। ਬੋਲਿਆ ਕੀ ਜਾਣਾ ਮੈਂ ਕੌਣ, ਮੈਂ ਕੌਣ ਹਾਂ। ਭਾਈ ਲੋਕਾਂ ਦੀ ਪਛਾਣ ਕਰਨੀ, ਹੋਰਾਂ ਦੀ ਪਛਾਣ ਕਰਨੀ ਤਾਂ ਸੌਖੀ ਹੈ, ਪਰ ਆਪਣੀ ਪਛਾਣ ਕਰਨੀ ਔਖੀ ਹੈ। ਆਪਣੀ ਪਛਾਣ ਪਤਾ ਨਹੀਂ ਮੈਂ ਕੌਣ ਹਾਂ। ਬਾਣੀ ਵਿੱਚ ਲਿਖਿਆ ਹੈ, ਕਹਿੰਦੇ ਤੂੰ ਕੌਣ ਹੈ, ਕਿੱਥੋਂ ਆਇਆ ਹੈ, ਕਾਹਦੇ ਲਈ ਆਇਆ ਹੈ, ਤੂੰ ਕੌਣ ਹੈ। ਬੁੱਲੇ ਸ਼ਾਹ ਨੇ ਤਾਂ ਗੱਲ ਮੁਕਾ ਦਿੱਤੀ, ਕਹਿੰਦੇ ਮੈਂ ਕੀ ਜਾਣਾ ਮੈਂ ਕੌਣ, ਮੈਨੂੰ ਕੀ ਪਤਾ ਮੈਂ ਕੌਣ। ਪਰਮਾਤਮਾ ਨੇ ਭਗਤ ਨਾਮਦੇਵ ਜੀ ਨੂੰ ਪੁੱਛਿਆ, ਤੂੰ ਕੁਨ ਰੇ, ਭਈ ਤੂੰ ਕੌਣ ਹੈ, ਕੌਣ ਹੈ ਤੂੰ। ਜੇ ਸਾਨੂੰ ਕੋਈ ਪੁੱਛ ਲਵੇ ਇਸ ਤਰ੍ਹਾਂ, ਬਈ ਤੂੰ ਕੌਣ ਹੈ, ਤੈਨੂੰ ਆਪਣੇ ਆਪ ਦੀ ਪਛਾਣ ਹੈ? ਅਸੀਂ ਠੱਕ ਤੇ ਨਹੀਂ ਕਹਿੰਦੇ ਮੈਂ ਫਲਾਣਾ ਸਿੰਘ ਹਾਂ, ਅੰਕਰਪੁਰ ਦਾ ਰਹਿਣ ਵਾਲਾ। ਗੁਰੂ ਜੀ ਨੇ ਇਹ ਗੱਲ ਥੋੜਾ ਪੁੱਛੀ ਸੀ ਕਿ ਤੂੰ ਕਿੱਥੋਂ ਦਾ ਰਹਿਣ ਵਾਲਾ ਹੈ ਤੇ ਤੇਰਾ ਨਾਂ ਕੀ ਹੈ। ਗੁਰੂ ਜੀ ਨੇ ਤਾਂ ਪੁੱਛਿਆ ਸੀ ਕਿ ਤੂੰ ਕੌਣ ਹੈ,
ਤੈਨੂੰ ਆਪਣੇ ਆਪ ਦੀ ਪਛਾਣ ਹੈ? ਭਈ ਇਹ ਜਿਹੜਾ ਪ੍ਰਸ਼ਨ ਹੈ ਨਾ, ਪ੍ਰਸ਼ਨ ਹੀ ਬਣਿਆ ਰਹਿਣਾ ਸੀ ਜੇ ਗੁਰਬਾਣੀ ਸਾਨੂੰ ਨਾ ਦੱਸਦੀ। ਗੁਰਬਾਣੀ ਨੇ ਸਾਨੂੰ ਦੱਸਿਆ, ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਐ ਮੇਰੇ ਮਨ, ਤੂੰ ਤਾਂ ਜੋਤ ਸਰੂਪ ਹੈ। ਕਿਹੜੀ ਜੋਤ? ਕਿਹੜੀ ਜੋਤ ਸਰੂਪ ਹੈ? ਜਿਹੜੀ ਜੋਤ ਸਭ ਮਹਿ ਜੋਤ, ਜੋਤ ਹੈ ਸੋਏ ਤਿਸਦੈ ਚਾਨਣ, ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਉਹ ਜੋਤ ਕਿਹੜੀ? ਜਮੀ ਜਮਾ ਕੈ ਵਿਖੈ ਸਮਸਤ ਏਕ ਜੋਤ ਹੈ। ਨਾ ਬਾਦ ਹੈ, ਨਾ ਘਾਟ ਹੈ, ਨਾ ਘਾਟ ਬਾਦ ਹੋ। ਤੂੰ ਉਹ ਹੀ ਜੋਤ ਹੈ, ਤੂੰ ਉਹ ਹੀ ਪਾਵਰ ਹੈ, ਤੂੰ ਉਹ ਹੀ ਸ਼ਕਤੀ ਹੈ। ਤੂੰ ਆਪਣਾ ਮੂਲ ਪਛਾਣ, ਤੂੰ ਆਪਣੇ ਆਪ ਨੂੰ ਪਛਾਣ। ਅਸਲ ਦੇ ਵਿੱਚ ਤੂੰ ਬ੍ਰਹਮ ਹੀ ਹੈ। ਬੇਸ਼ੱਕ ਤੂੰ ਆਤਮਾ ਹੈ, ਤੂੰ ਪਰਮ ਆਤਮਾ ਦੀ ਅੰਸ਼ ਹੈ। ਪਰਮ ਆਤਮਾ ਦੀ ਅੰਸ਼ ਹੈ। ਇਹ ਗੱਲ ਤਾਂ ਗੁਰੂ ਜੀ ਨੇ ਸਾਨੂੰ ਦੱਸੀ ਹੈ ਨਾ, ਸਾਨੂੰ ਥੋੜਾ ਪਤਾ ਸੀ। ਗੁਰੂ ਜੀ ਫਰਮਾਨ ਕਰਦੇ ਹਨ, ਕਹਿੰਦੇ ਜਿਹੜਾ ਮਨਮੁਖ ਬੰਦਾ ਹੈ ਨਾ, ਮਨਮੁਖ ਬੰਦਾ ਜਿਹੜਾ ਗੁਰੂ ਦੀ ਗੱਲ ਨੂੰ ਸੁਣਦਾ ਹੀ ਨਹੀਂ, ਬਾਣੀ ਨੂੰ ਨਾ ਪੜ੍ਹਦਾ ਹੈ, ਨਾ ਸੁਣਦਾ ਹੈ, ਨਾ ਵਿਚਾਰਦਾ ਹੈ, ਨਾ ਗੁਰੂ ਘਰ ਹੁੰਦਾ ਹੈ, ਉਹਨੂੰ ਤਾਂ ਆਪਣੇ ਆਪ ਦੀ ਪਛਾਣ ਹੀ ਨਹੀਂ ਹੈ। ਇਸ ਕਰਕੇ ਪਰਮਾਤਮਾ ਨੂੰ ਦੂਰ ਸਮਝ ਲਿਆ। ਤਾਂ ਹੀ ਅਸੀਂ ਉਹ ਰੱਬ ਕਹਿ ਕੇ ਬੁਲਾਉਂਦੇ ਹਾਂ, ਉਹ ਰੱਬ, ਉਹ ਗੋਡ। ਉਹ ਗੋਡ ਕਿਉਂ ਕਹਿੰਦੇ ਹਾਂ ਅਸੀਂ? ਉਹ ਹੈ ਪਰੇ ਕਿਤੇ। ਪਰ ਗੁਰੂ ਨਾਨਕ ਨੇ ਕਿਹਾ ਹੈ, ਤੂੰ ਕਰਤਾਰ, ਤੂੰ ਐਨ ਸਾਹਮਣੇ। ਉਹ ਨਹੀਂ, ਨਾ ਉਹ ਗੋਡ ਕਿਹਾ, ਨਾ ਉਹ ਰੱਬ ਕਿਹਾ। ਤੋ ਹੀ ਮੋਹੀ, ਮੋਹੀ ਤੋ ਹੀ। ਅੰਤਰ कैसा? ਤੂੰ ਮੈਂ ਹਾਂ, ਮੈਂ ਤੂੰ ਹਾਂ, ਮੈਂ ਤੂੰ ਹਾਂ, ਤੂੰ ਮੈਂ ਹਾਂ। ਤੇਰੇ ਵਿੱਚ ਤੇ ਮੇਰੇ ਵਿੱਚ ਫਰਕ ਕੀ ਹੈ? ਕੋਈ ਫਰਕ ਨਹੀਂ। ਜਿਵੇਂ ਸੋਨੇ ਵਿੱਚ ਅਤੇ ਸੋਨੇ ਦੀਆਂ ਟੁੰਮਾਂ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ, ਗਹਿਣਿਆਂ ਵਿੱਚ ਜਿਵੇਂ ਕੋਈ ਫਰਕ ਨਹੀਂ ਹੁੰਦਾ, ਸੋਨੇ ਅਤੇ ਸੋਨੇ ਦੇ ਗਹਿਣਿਆਂ ਵਿੱਚ ਕੋਈ ਫਰਕ ਨਹੀਂ ਹੁੰਦਾ। ਹੁੰਦਾ ਤਾਂ ਸੋਨਾ ਹੀ ਨਾ। ਕੀ ਹੋ ਗਿਆ ਜੇ ਉਹੀ ਸੋਨਾ ਚੂੜੀਆਂ ਦੇ ਰੂਪ ਵਿੱਚ ਬਣ ਗਿਆ, ਕੜੇ ਦੇ ਰੂਪ ਵਿੱਚ ਬਣ ਗਿਆ, ਮੁੰਦਰੀ ਦੇ ਰੂਪ ਵਿੱਚ ਬਣ ਗਿਆ, ਅੰਗੂਠੀ ਦੇ ਰੂਪ ਵਿੱਚ ਬਣ ਗਿਆ? ਕੀ ਹੋਇਆ? ਪਰ ਹੈ ਤਾਂ ਸੋਨਾ ਹੀ ਨਾ। ਉਹਨੂੰ ਗੱਲ ਸਮਝ ਵਿੱਚ ਆਈ। ਪਰ ਇਹ ਵਰਤਾਰਾ ਕਿਉਂ ਵਰਤਿਆ? ਸਤਿਗੁਰੂ ਜੀ ਸਾਨੂੰ ਉਪਦੇਸ਼ ਦਿੰਦੇ ਹਨ, ਕਹਿੰਦੇ ਹਨ, ਗੁਰ ਕੀ ਸੇਵਾ ਵਿਸਰੀ
क्यों मन रहे हजूर? भई गुरु की सेवा भुला दी ना। इस बंदे ने, इस मनमुख ने आप हुदरा हो के अपनी मन आइयां करके, अपनी मन मर्जी करके गुरु की सेवा करनी छड़ दी, गुरु की सेवा भुला ही दी। फिर हजूरी विच किवें आ सकता है गुरु की? क्यों मन रहे हजूर? फिर मन जिहड़ा है गुरु की हजूरी विच किवें रहे जे गुरु कोल आना ही नहीं है? गुरु दे नेड़े किवें रहे? जे गुरु घर गुरु कोल आना ही नहीं, फिर गुरु कोल किवें बैठे? सतगुरु जी अपनी कमेंट सी कहते मनमुख जन्म गवाया। भाई ये जिहड़ा मनमुख है ना, जिन्हें गुरु की सेवा तो भुला दी, अपना आप पछाणिया नहीं, परमात्मा नूं दूर समझदा है, इस मनमुख ने झूठ विच, लालच विच अते कूड़ दे विच लग के ना अपना जन्म ही बर्बाद कर, अपना जन्म ही गवा लिया। जिवें असीं कर रहे हैं, झूठ विच लग के, लालच विच लग के, लोभ दे विच लग के, कूड़ दे विच लग के असीं अपना जन्म ही गवा लिया। क्योंकि लोभ जिहड़ा है ना साडा खड़ा ही नहीं छड्डदा। असीं लोभ नूं चिमड़े हुए हाँ, लोभी बिरती है बहुत। माड़ी जही कोई चीज मिल जाए असीं भज के पैंदे हाँ, लोभ है। ये भी खा लिया मैं, वो भी खा लिया, इत्थों भी हड़प लिया, उत्थों भी हड़प लिया, हर समय साडी होई बिरती रहती है। ते बाबा जी कह रहे हैं नानक बख्श मिलायन सच्चे शब्द हजूर। भाई जिन्होंने अकाल पुरख वैगुरु जी ने बख्श लिया, बख्श के अपने नाल मिला लिया, वो सच्चे शब्द द्वारा हमेशा ही परमात्मा दे ऐन हजूरी विच रहते हैं। हजूरी परमात्मा की हजूरी विच रहते हैं। जिवें असीं कहते हाँ भी ये तो हजूरी रागी हैं दरबार साहिब के, हमेशा दरबार साहिब विच ही रहते हैं, उत्थे ही कीर्तन करते हैं, उत्थे ही रहते हैं। भाई जिन्हां ते परमात्मा की बख्शिश हो गई वो तो हमेशा ही गुरु के शब्द के राही, गुरु की शब्द के विचार के राही हमेशा ही शब्द के नेड़े रहते हैं, गुरु के नेड़े रहते हैं। उसकी हजूरी, गुरु की हजूरी विच रहते हैं। महला तीजा। हर प्रभ सच्चा सुहिला, गुरमुख नाम गोबिंद। हरि प्रभु, परमात्मा नूं हरि भी कह देंदे हाँ, प्रभु भी कह देंदे हाँ, हरि भी कह देंदे हाँ। बहुत नाम हैं रब दे गुरबाणी विच। भाई जिहड़ा हरि प्रभु है, परमात्मा है, वाहिगुरु है, वो सच्चा है, सच्चा। जे झूठा होवे फिर रब थोड़ा हो सकता है, फिर तो साडे वर्गा ही बन गया। आपां भी झूठे हाँ, रब भी झूठा है, फिर साडे विच ते रब विच फर्क की होया? वो तो सच्चा है। कदों तो सच्चा है? पहला तो ही, शुरू तो।
आद सच जुगाद सच है भी सच, नानक होसी भी सच। वो तो हमेशा ही सच्चा ही सच्चा है। ਉਹਦਾ 16 ਗਾਉਣਾ ਹੈ, 16। ਇੱਕ 16 ਗਾਉਣਾ ਹੁੰਦਾ ਹੈ, ਇੱਕ 16 ਪੜ੍ਹਨਾ ਹੁੰਦਾ ਹੈ, ਇੱਕ 16 ਸੁਣਾਉਣਾ ਹੁੰਦਾ ਹੈ। ਤਿੰਨਾਂ ਦੇ ਅਲੱਗ-ਅਲੱਗ ਅਰਥ ਹਨ। 16 ਗਾਉਣਾ ਤਾਂ ਹੁੰਦਾ ਹੈ ਵਡਿਆਈ ਕਰਨੀ, ਸਿਫਤ ਸਲਾਘਾ ਕਰਨੀ। 16 ਸੁਣਾਉਣਾ ਹੁੰਦਾ ਹੈ ਗਾਲਾਂ ਕੱਢਣੀਆਂ, ਤੇ 16 ਪੜ੍ਹਨਾ। ਕਿਸੇ ਦੇ ਅੰਤਮ ਸਮੇਂ ਜਦੋਂ ਉੱਥੇ ਸ਼ਿਵਿਆਂ ਵਿੱਚ ਘੱਗਰ ਵਿੱਚ ਅੱਗ ਲਾਉਂਦੇ ਹਨ, ਬੰਦੇ ਨੂੰ ਸੰਸਕਾਰ ਕਰਦੇ ਹਾਂ, ਉਦੋਂ ਵੀ 16 ਪੜ੍ਹਿਆ ਜਾਂਦਾ ਹੈ। ਉਹਨੂੰ ਵੀ ਆਪਾਂ ਕਹਿੰਦੇ ਹਾਂ ਬਈ ਫਲਾਣੇ ਬੰਦੇ ਦਾ ਅੱਜ ਕੀਰਤਨ 16 ਪੜ੍ਹਿਆ ਗਿਆ, ਖਤਮ ਹੋ ਗਈ ਕਹਾਣੀ, 16 ਪੜ੍ਹਿਆ ਗਿਆ ਉਹਦਾ। ਤੇ ਅੱਛੇ ਸੋਹਲੇ ਤੋਂ ਭਾਵ ਹੈ ਕਿ ਪ੍ਰਮਾਤਮਾ ਦੇ ਗੀਤ ਗਾਉਣੇ, ਸੋਹਲੇ ਗਾਉਣੇ, ਵਡਿਆਈ ਕਰਨੀ, ਗੁਰੂ ਦੇ ਰਾਹੀਂ ਨਾਮ ਲੈ ਕੇ, ਗੁਰੂ ਤੋਂ ਦੀਖਿਆ ਲੈ ਕੇ, ਗੁਰੂ ਤੋਂ ਸਿੱਖਿਆ ਲੈ ਕੇ ਗੋਬਿੰਦ ਦੇ ਗੁਣ ਗਾਨ ਕਰਨੇ। ਕਿੰਨੀ ਕੁ ਦੇਰ ਗਾਉਣੇ ਹਨ? परमात्मा की सिफत सलाह किन्नी क देर करनी है? अन दिन नाम सलाहना, दिन रात नाम की सलाहा करनी है, परमात्मा की सिफत सलाहा करनी है। दिन रात तो भाव होंदा है 24 घंटे, हर समय ही उठदियां बैठदियां सुनदियां जागदियां हसदियां खेलदियां खांदियां पहनदियां हर समय ही परमात्मा दे सिफत सलाहा करनी। क्यों? ऐसा कोई फायदा है? की फायदा है? लो फायदा भी सुन लो। जन नानक नाम सलाहिया, अन दिन नाम सलाहना, हर जपिया मन आनंद। भाई दिन रात परमात्मा दे नाम की सलाहना करन दे नाल ना, परमात्मा नूं जपण दे नाल मन दे विच आत्मक आनंद आ, आत्मक आनंद। आनंद वो अवस्था है जिथे ना दुख है, ना सुख है, ना हर्ख है, ना सोग है, ना गमी है, ते ना खुशी है, ते ना ठंड है, ना गर्मी है, ना बेइज्जती है, ना इज्जत है, ना सोना है, ना इहो जी अवस्था है। परंतु बड़ भागी हर पाया पूर्ण परमानंद। भाई जिन्हों के बड़े भाग होंदे हैं, चंगी किस्मत होंदी है, उन्होंने परमात्मा नूं पाया है, प्राप्त किया है। जिन्होंने परमात्मा नूं प्राप्त किया है, उन्होंने पूर्ण परम आनंद आ, पूर्ण परम आनंद। जिस आनंद दे विच किसी प्रकार की कोई भी ऊणताई नहीं है, कोई भी कमी नहीं है, बिल्कुल कंप्लीट आनंद। भाई आपां ने किहड़ा देखिया है? जिन ए चाखी सोई जाने गूंगे की मठियाई। भाई जिन्हों ने इस मठियाई नूं खा के देखा है ना, इस गूंगे की मठियाई नूं वो जानता। खंड खंड कहण दे नाल मूँह मिठा थोड़ा हुंदा, खा के पता लगता है किन्ना का आनंद है।
ਜਨ ਨਾਨਕ ਨਾਮ ਸਲਾਹਿਆ, ਬਹੁੜ ਨਾ ਮਨ ਤਨ ਭੰਗ। ਭਈ ਦਾਸ ਨਾਨਕ ਨੇ ਤਾਂ ਨਾਮ ਨੂੰ ਸਲਾਹਿਆ, ਨਾਮ ਦੀ ਸਿਫਤ ਸਲਾਹਾ ਕੀਤੀ ਹੈ। ਉਸ ਨਾਮ ਦੀ ਸਿਫਤ ਸਲਾਹਾ ਕਰਨ ਦੇ ਨਾਲ ਫਲ ਸਰੂਪ ਇਹ ਪ੍ਰਾਪਤੀ ਹੋਈ ਕਿ ਬਹੁੜ ਨਾ ਮਨ ਤਨ ਭੰਗ। ਫਿਰ ਮਨ ਅਤੇ ਤਨ ਭੰਗ ਨਹੀਂ ਹੋਇਆ। ਮਨ ਅਤੇ ਤਨ ਭੰਗ ਨਹੀਂ ਹੋਇਆ। ਭੰਗ ਕੀ ਹੁੰਦਾ ਹੈ? ਇੱਕ ਤਾਂ ਇਹ ਜਿਹੜੇ ਪੀਂਦੇ ਹਨ ਲੋਕ ਭੰਗ, ਇਹਨੂੰ ਵੀ ਭੰਗ ਕਹਿੰਦੇ ਹਨ। ਵੈਸੇ ਤਾਂ ਗੁਰੂ ਜੀ ਨੇ ਸਾਨੂੰ ਰੋਕਿਆ ਹੈ, ਭਾਂਗ ਮਛਲੀ ਸੁਰਾ ਪਾਨ ਜੋ ਜੋ ਪ੍ਰਾਣੀ ਖਾਹੇ। ਕਹਿੰਦੇ ਬਈ ਭੰਗ ਮਛਲੀ ਸ਼ਰਾਬ ਜਿਹੜੇ ਜਿਹੜੇ ਪ੍ਰਾਣੀ ਖਾਂਦੇ ਹਨ ਨਾ, ਉਹ ਭਾਵੇਂ ਜਿੰਨੇ ਮਰਜ਼ੀ ਪਾਠ ਕਰੀ ਜਾਣ, ਜਿੰਨਾ ਮਰਜ਼ੀ ਚੰਗੇ ਕੰਮ ਕਰੀ ਜਾਣ, ਸਾਰਾ ਖੂਫਤ। ਇੱਕ ਭੰਗ ਤੋਂ ਭਾਵ ਹੁੰਦਾ ਹੈ ਭੰਗਣਾ ਪੈ ਜਾਣੀ, ਵਿਘਨ ਪੈ ਜਾਣਾ, ਟੁੱਟ ਜਾਣਾ। ਭਈ ਨਾਮ ਸਲਾਹੁਣ ਦੇ ਨਾਲ, ਸਿਮਰਨ ਕਰਨ ਦੇ ਨਾਲ ਫਿਰ ਬੰਦੇ ਦਾ ਨਾ ਮਨ ਟੁੱਟਦਾ ਹੈ ਨਾ ਤਨ ਟੁੱਟਦਾ ਹੈ। ਕਈ ਵਾਰੀ ਆਪਾਂ ਕਹਿੰਦੇ ਵੀ ਮੇਰਾ ਤਾਂ ਮਨ ਹੀ ਟੁੱਟ ਗਿਆ, ਦਿਲ ਟੁੱਟ ਗਿਆ ਮੇਰਾ ਤਾਂ, ਹੁਣ ਇਹ ਕੰਮ ਕਰਨ ਨੂੰ ਜੀ ਨਹੀਂ ਕਰਦਾ, ਮੇਰਾ ਤਾਂ ਦਿਲ ਟੁੱਟ ਗਿਆ। ਤੇ ਸਰੀਰ ਵੀ ਟੁੱਟ ਰਿਹਾ ਹੈ। ਤੇ ਸਤਿਗੁਰੂ ਜੀ ਉਪਦੇਸ਼ ਦਿੰਦੇ ਹਨ, ਕਹਿੰਦੇ ਭਈ ਜੇ ਨਾਮ ਦੀ ਸਿਫਤ ਸਲਾਹਾ ਕੀਤੀ ਜਾਵੇ, ਨਾਮ ਜਪਿਆ ਜਾਵੇ, ਫਿਰ ਦੁਬਾਰੇ ਦੁਬਾਰੇ ਨਾ ਮਨ ਟੁੱਟਦਾ ਹੈ ਨਾ ਤਨ ਟੁੱਟਦਾ, ਅਖੰਡ ਰਹਿੰਦਾ ਹੈ। ਅਖੰਡ ਅਖੰਡ ਰਹਿੰਦਾ, ਮਜ਼ਬੂਤ। ਅੱਗੇ ਆ ਗਈ ਪੌੜੀ। ਪੌੜੀ ਦੀ ਵਿਚਾਰ ਬੜੀ ਸੁਣਨ ਵਾਲੀ ਹੈ, ਧਿਆਨ ਨਾਲ ਸੁਣ ਜਰਾ। ਇਹ ਸਾਡੇ ਸਾਰਿਆਂ ਦੇ ਲਈ ਜ਼ਰੂਰੀ ਹੈ। ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਪੌੜੀ ਦੇ ਵਿੱਚ ਸਾਨੂੰ ਦੱਸਿਆ। ਕੀ ਦੱਸਿਆ? ਇੱਕ ਬਹੁਤ ਵਧੀਆ ਜਾਣਕਾਰੀ ਦਿੱਤੀ ਸਾਨੂੰ। ਲੈ ਭਾਈ ਸੁਣ ਲਓ। ਕੋਈ ਨਿੰਦਕ ਹੋਵੇ ਸਤਿਗੁਰੂ ਕਾ, ਭਾਈ ਜੇ ਕੋਈ ਨਿੰਦਕ ਹੋਵੇ ਨਾ ਸਤਿਗੁਰੂ ਦਾ, ਸਤਿਗੁਰੂ ਜੀ ਦਾ ਕੋਈ ਨਿੰਦਕ ਹੋਵੇ, ਆਮ ਤੌਰ ਤੇ ਨਿੰਦਾ ਆਪਾਂ ਕਿਹਦੀ ਕਰਦੇ ਹਾਂ? ਇੱਕ ਦੂਸਰੇ ਦੀ ਨਿੰਦਾ ਤਾਂ ਆਪਾਂ ਕਰਦੇ ਹੀ ਹਾਂ। ਪਿੱਠ ਪਿੱਛੇ ਕਹਿ ਦਿੰਦੇ ਉਹ ਫਲਾਣੀ ਤਰ੍ਹਾਂ ਦਾ ਹੈ, ਢਮਕਾਣੀ ਤਰ੍ਹਾਂ ਦਾ ਹੈ, ਉਹ ਇਸ ਤਰ੍ਹਾਂ ਹੈ, ਉਹ ਇਸ ਤਰ੍ਹਾਂ ਹੈ। ਕੋਈ ਕਈ ਸਾਡੇ ਵਰਗੇ ਲੋਕ ਹੈ ਉਹ ਵੀ ਹਨ ਜਿਹੜੇ ਗੁਰੂ ਦੀ ਨਿੰਦਾ ਕਰਨ, ਗੁਰੂ ਦੀ, ਸਤਿਗੁਰੂ ਦੀ ਨਿੰਦਾ, ਸਤਿਗੁਰੂ ਦੀ ਨਿੰਦਾ ਕਰਦੇ। ਵੈਸੇ ਤਾਂ ਸਤਿਗੁਰੂ ਜੀ ਨੇ ਹੀ ਸਾਨੂੰ ਸਮਝਾਇਆ ਸੀ ਕਿ ਨਿੰਦਾ ਭਲੀ ਕਿਸੇ ਕੀ ਨਹੀਂ, ਮੂਰਖ ਮੁਗਧ ਕਰੇਨ। ਭਾਈ ਕਿਸੇ ਦੀ ਨਿੰਦਾ ਨਹੀਂ ਕਰਨੀ ਚਾਹੀਦੀ। ਨਿੰਦਾ ਬੜੀ ਮਾੜੀ ਚੀਜ਼ ਹੁੰਦੀ ਹੈ। ਜਿਹੜੇ ਲੋਕ ਨਿੰਦਾ ਕਰਦੇ ਹਨ ਉਹ ਮੂਰਖ ਅਤੇ ਬੇਵਕੂਫ ਹੁੰਦੇ ਹਨ। ਨਿੰਦਾ ਨਹੀਂ ਕਰਨੀ ਚਾਹੀਦੀ। ਤੇ ਇੱਕ ਥਾਂ ਤੇ ਹਾਂ ਵੀ ਲਿਖਿਆ ਹੈ, ਕਹਿੰਦੇ ਭਾਈ ਨਾ ਨਿੰਦਾ ਕਰਨੀ ਚਾਹੀਦੀ ਹੈ, ਨਾ ਉਸਤਤ ਕਰਨੀ ਚਾਹੀਦੀ ਹੈ। ਦੋਵੇਂ ਵਿਵਰਜਿਤ, ਉਸਤਤ ਨਿੰਦਾ ਦੋ ਵਿਵਰਜਿਤ। ਭਾਈ ਉਸਤਤ ਕਰਨੀ ਵੀ ਵਿਵਰਜਿਤ ਤੇ ਨਿੰਦਾ ਕਰਨੀ ਵੀ ਵਿਵਰਜਿਤ, ਕਿਸੇ ਦੀ ਕਰਨੀ ਹੋ ਨਹੀਂ। ਪਰ ਜਿਹੜੇ ਲੋਕ ਗੁਰੂ ਦੀ ਹੀ ਨਿੰਦਾ ਕਰਨ ਲੱਗ ਪਏ, ਕੇਵਲ ਨਿੰਦਾ ਹੀ ਨਹੀਂ ਕੀਤੀ,
ਇੱਕ ਨੇ ਤਾਂ ਉੱਠ ਕੇ ਗੁਰੂ ਜੀ ਦੀ ਬੱਖੀ ਵਿੱਚ ਲੱਤ ਮਾਰ ਦਿੱਤੀ। ਲੈ, ਇੱਕ ਨੇ ਉੱਠ ਕੇ ਨਾ ਸੰਗਤ ਵਿੱਚੋਂ ਗੁਰੂ ਜੀ ਦੇ ਬੱਖੀ ਵਿੱਚ ਲੱਤ ਮਾਰੀ। ਇੱਕ ਤਾਂ ਹੁੰਦਾ ਹੈ ਮੂੰਹ ਨਾਲ ਕਹਿਣਾ, ਤੇ ਇੱਕ ਹੁੰਦਾ ਹੈ ਹੱਥੋਂ ਪਾਈ ਹੋ ਜਾਣਾ। ਚਲੋ ਮੂੰਹ ਨਾਲ ਗਾਲਾਂ ਕੱਢ ਰਿਹਾ ਸੀ, ਹੱਥੋਂ ਪਾਈ ਹੋ ਪਿਆ। ਇੱਕ ਨੇ ਪਤਾ ਕੀ ਕੀਤਾ, ਗੁਰੂ ਜੀ ਤੇ ਬੰਦੂਕ ਚਲਾ ਦਿੱਤੀ। ਪੱਗ ਨੂੰ ਟੱਚ ਕਰਕੇ ਗੋਲੀ ਲੰਘ ਗਈ। ਸੀਹੇ ਮਛੰਦ ਨੇ ਗੁਰੂ ਤੇਗ ਬਹਾਦਰ ਜੀ ਤੇ। ਭਾਈ ਜਿਹੜਾ ਗੁਰੂ ਤੇ ਹਮਲੇ ਕਰ ਰਿਹਾ ਹੈ ਉਹ ਤਾਂ ਕਿੰਨਾ ਵੱਡਾ ਨਿੰਦਕ ਹੋਵੇਗਾ। ਤੇ ਹੁਣ ਅਸੀਂ ਦੇਖਦੇ ਹਾਂ, ਕੱਲ ਵੀ ਇੱਕ ਖਬਰ ਆਈ ਹੋਈ ਸੀ, ਕਹਿੰਦੇ ਇੱਕ ਬੰਦੇ ਨੇ, ਇੱਕ ਜਨਾਨੀ ਜੀ ਦੀ ਬਦਲੀ ਕੌਣ, ਉਹਦੀ ਵੀਡੀਓ ਬਣੀ ਹੋਈ ਹੈ, ਅੰਦਰ ਵੜ ਕੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਕਰ ਰਹੇ ਸੀ ਖਮਨੀ ਤੜਕੇ ਨੂੰ। ਇੱਕ ਜਨਾਨੀ ਆਈ, ਪ੍ਰਸ਼ਾਲ ਮਾਰ ਕੇ ਬੈਠ ਗਈ, ਫਾੜਨ ਲੱਗੀ ਗੁਰੂ ਗ੍ਰੰਥ ਸਾਹਿਬ ਨੂੰ। ਉਹ ਤਾਂ ਬੰਦੇ ਚੌਕਸ ਦੇਖੇ, ਉਹਨੇ ਧੱਕੇ ਮਾਰ ਕੇ ਪਰੇ ਮਾਰੀ। एक ही चीज है, बार 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 इसी तरह ही कहानी हो रही है। बाकी भी तो ग्रंथ ਹਨ ਹਿੰਦੁਸਤਾਨ ਵਿੱਚ, ਕਦੇ ਕਿਸੇ ਨਾਲ ਇਸ ਤਰ੍ਹਾਂ ਦੀ ਘਟਨਾ ਹੋਈ ਹੀ ਨਹੀਂ ਤੇ ਨਾ ਕੋਈ ਕਰਦਾ ਹੈ, ਪਰ ਗੁਰੂ ਗ੍ਰੰਥ ਸਾਹਿਬ ਨਾਲ ਹੀ ਕਿਉਂ ਹੋ ਰਿਹਾ ਹੈ। ਪਿੱਛੇ ਇੱਕ ਬੜੀ ਲੰਮੀ ਚੌੜੀ ਸਾਜ਼ਿਸ਼ ਹੈ ਨਿੰਦਕਾਂ ਦੀ, ਪਰ ਸਤਿਗੁਰੂ ਜੀ ਇੰਨੇ ਮਹਾਨ ਹਨ, ਇੰਨੇ ਦਰਿਆ ਦਿਲ ਹਨ, ਇੰਨੇ ਵੱਡੇ ਦਿਲ ਵਾਲੇ ਹਨ। ਜੇ ਭਾਈ ਕੋਈ ਨਿੰਦਕਾਂ ਦਾ ਵੀ ਮਹਾ ਨਿੰਦਕ ਗੁਰੂ ਦੀ ਨਿੰਦਾ ਕਰਦਾ ਹੋਵੇ, ਜੇ ਗੁਰੂ ਦੀ ਸ਼ਰਨ ਵਿੱਚ ਫੇਰ ਆ ਜੇ, गुरु जी ने फिर गल नाल ला लिया, आओ जी तुम आओ हमारे, आओ भाई आ जाओ बैठो, आदर दिता, शरण विच आ गया ना, गुरु दी शरण विच आ गया। भावें जिन्ना मर्जी बड़ा निंदक सी, गालां कढ़दा सी गुरु नूं, चुगलियां करदा सी गुरु दियां, निंदा करदा सी गुरु दी, पर शरण दे विच आ गया। सतगुरु जी ने उहनूं गल नाल ला, इन्ना बड़ा जिगरा कोई दिखाता है भला? सानू तो जे कोई माड़ी जी गाल कढ़ देवे ना, असीं सारी जिंदगी मुड़ के उहदे वल देखदे नहीं, बोलदे भी नहीं है। गल नाल लाउणा तां बड़ी दूर दी गल है। सतगुरु मेरे बड़े दिल दरिया, पिछले गुण है सतगुरु बख्श ले। पिछले जिहड़े गुनाह सी ना, गुनाह किते हुए अपराध सतगुरु जी ने सारे बख्श दिते। चलो छड्डो पिछे, पिछे पाओ मिट्टी ते अगे नूं चलो। असीं इस तरह करते हैं ना, जो फैसला कोई लेना हुंदा है, लै भाई पिछे जो होई सो, जो बीती सो बीती, अगे समझ चलो नंद लाला, हुण अगे तो भाई समझ के चलियो, अगे तो इहो जिहा काम ना करियो। पिछले तुहाडे जिहड़े औगण हन वो सारे बख्श दिते गुरु जी ने, ते हुण तुहानूं असीं अपनी संगत विच रला दिता। जिहो जिही बाकी संगत तिहो जिहे तुसीं, बस हुण संगत नाल मिल के रहना है। पिछले गुण है बख्श, पिछले गुण है सतगुरु बख्श ले, सत संगत नाल रलावे। सत संगत नाल रलावे, सत संगत दे नाल गुरु जी ने रला दिता। असीं भी कहते भाई रल मिल के रहा करो, रल मिल के रहा करो ना। ਇਹ ਨਾ ਹੋਵੇ ਕਿ 12 ਭਈਏ ਤੇ 18 ਚੁੱਲ੍ਹੇ ਹੋਣ, 2.5 ਇੱਟ ਦੀ ਮਸੀਤ ਆਪਣੀ ਵੱਖਰੀ ਵੱਖਰੀ ਬਣਾ ਕੇ ਬਹਿ ਜਾਈਏ।
इस तरह नहीं चाहिए। साध संगत मिल रही है माधो जैसे मधुब मुखीरा। भाई साध संगत के नाल इस तरह मिल के रहना चाहिए है जिवें डुंबणे दी मक्खियां इकट्ठियां बैठ। किसी का किसी को कोई इतराज नहीं, आओ सारे आओ, सारा पिंड आओ, क्योंकि सारे का साझा है गुरु घर। किसी जात का होवे, किसी पात का होवे, किसी बरादरी का होवे, किसी कुंट का होवे, कोई किसी महल्ले का होवे, सारे का साझा है गुरु ग्रंथ साहब। सब का साझा। ते सतगुरु जी ने अपने नाल रला लिया, रल मिल के रहो भाई। किवें रला लिया? ज्यों मींह बुठा, जिवें मींह पैंदा है ना, हाँ पैंदा है, आपां भी देखिया बथेरी बारी। ज्यों मींह बुठा, जिमें मींह बरसदा है, गलियां नालियां टोबियां का जल। गलियां दा पानी, नालियां दा पानी ते टोबियां दा पानी। अगले दिन जद ही अखबार में खबर ला देंदे हैं, कहंदे जी हुण देखो पंचायत दे कम्मां दी पोल खुल गई, हुण सारियां नालियां भरियां पईयां हैं, देख लो जाके। कह रहे सी असीं इस तरह कीता है, इस तरह कीता है, वो खुल गई पोल, पानी नहीं उतर रहा। पोल पाए हुए सी ना, पर गुरु जी इन्नी इत्थे नहीं जा रहे। गुरु जी तो एक सीधी जी गल कर रहे हैं, कहते बई जो मींह बरसदा है ना, मींह इन्ना जोर दी पिया, इन्नी जोर दी पिया बई परनालियां ने पानी झल्लिया नहीं, पतनालियां दी चो पानी दे ततड़े डिग पे ते गलियां भर गईयां पानी दियां, नालियां भी पानी दियां भर गईयां, टोबे भी भर गए। ये सारा जल जाके ना किथे गया? घग्गर भी चलिया गया सारा पानी। भाई साडे इत्थे तां घग्गर है, चलो हुण घग्गर तां हो गया गंदा। ये तां असीं गलत कह रहे हैं भी घग्गर हो गया गंदा। गंदा घग्गर थोड़ा होया है, गंदा तां असीं कीता है उहनूं। घग्गर दा बेचारे दा की कसूर? कसूर तो साडा है जिन्हां ने उस दे किनारियां ते इहो जिहियां भैड़ियां भैड़ियां फैक्ट्रियां लाइयां ते पिंडां दे गंदे नालियां दा पानी सारा ਉਹਦੇ ਵਿੱਚ सुट दिता। इस करके घग्गर हुण बेचारा घग्गर नहीं रहा। घग्गर बोलिया, सुनाया उन्हें सारा हाल घग्गर ने भी मेरे नाल इस तरह दी बीती तां मैं गंदा होया। पर इत्थे लिखिया है सुरसरी, ज्यों मींह उठै गलियां नालियां टोबियां का जल, जाए पवै बिच सुरसरी। सुरसरी की गल भाई? सुरसरी तो कणक विच पैंदी है। इत्थे भी सुरसरी का नाम लिखिया होया है। साडे नाल तो सुरसरी चंगी है, जिहदा नाम गुरु ग्रंथ साहिब विच लिखिया होया नहीं, वो सुरसरी नहीं, वो सुरसरी थोड़ा है। सुर सरी, सुर कहते हैं देवते, सरी कहते हैं नदी। देवत्यां दी नदी, देवत्यां दी नदी किहड़ी है अपने देश विच? भाई देवत्यां दी नदी उहनूं कहंदे हैं भाई देखो जी, शिव जी भगवान दे सिर दे विचों गंगा निकल रही है, जटां विचों। साडा इतिहास है ना हिंदुस्तान का, कहते भाई जिहड़ी गंगा है ना वो शिव जी भगवान दियां जटां दे विचों निकल रही है, इस करके वो गंगा है, पवित्र है। ते हुण भी होर दरियावां नालों गंगा का पानी फिर भी ठीक है। भाई जदों मींह बरसिया, मींह दे विचों पानी चलिया, गलियां नालियां टोबियां दे विचों पानी गया, जाके गंगा विच मिल गया। जदों गंगा विच मिलिया
ਹੁਣ ਉਸ ਪਾਣੀ ਨੂੰ ਕੋਈ ਇਹ ਨਹੀਂ ਕਹਿ ਸਕਦਾ ਕਿ ਟੋਭੇ ਦਾ ਪਾਣੀ ਹੈ, ਨਾਲੀਆਂ ਦਾ ਪਾਣੀ ਹੈ, ਇਹ ਨਾਲਿਆਂ ਦਾ ਪਾਣੀ ਹੈ, ਇਹ ਗਲੀਆਂ ਦਾ ਪਾਣੀ ਹੈ। ਹੁਣ ਤਾਂ ਉਹਨੂੰ ਸਾਰੀ ਗੰਗਾ ਦਾ ਪਾਣੀ ਕਹਿੰਦੇ, गंगा जल। पर गुरु जी ने कहा गंगा जल गोबिंद का नाम। भाई असली गंगा जल तो परमात्मा का नाम ही है। भाई गंगा दे विच मिल के सारा पानी जिहड़ा है, भावें टोबियां दा सी, भावें नालियां दा सी, भावें नालियां दा सी, भावें गलियां दा सी, सारा मिल के ले गंगा का रूप ही बन गया, वो भी पवित्र हो गया। भाई इसे तरह ही मेरे वर्गा भैड़े तो भैड़ा बंदा भी सतसंगत दे विच आउण दे नाल पवित्र हो जाता, वो भी पवित्र हो जाता। मिलत पवित्र पावन होए जावे। भाई मिल के ना साध संगत दे नाल, गुरु दे नाल रल के मिल के साध संगत दे नाल भ्रिष्ट तो भ्रिष्ट, बुरे तो बुरा, खराब तो खराब, राक्षस तो राक्षस, दैत तो दैत, चोर तो चोर चंगा मनुख बन जाता। यह वडियाई सतगुरु निर्वैर विच, यह जिहड़ी वडियाई है ना इस तरह करन दी, मेरे निर्वैर सतगुरु गुरु ग्रंथ साहिब विच है। होर नहीं कोई नेड़े लांदा, होर नहीं कोई नेड़े लाउंदा। ये वडियाई मेरे निर्वैर सतगुरु विच है, जिहड़ा किसे नाल बैर नहीं करदा, किसे नाल बैर नहीं करदा। पर गुरु नाल बैर करन वाले बहुत हैं। तां तो फुकिया जाता है गुरु ग्रंथ साहिब में जे बैर है। पर गुरु ग्रंथ साहिब फिर भी किसी नाल बैर नहीं करता। लंगर छको, चाह पियो, दुध पियो, खीर खाओ, जो मर्जी करो, आओ बैठो सारे, कोई रोक नहीं है किसी ने भी। कई धार्मिक स्थान इहो जिहे हैं उत्थे लिख के लाया होया सी, साडे पिंड दा बंदा गया कहण लग्या उत्थे लिख के लाया सी इहदे विच हरिजन नहीं जा सकता। जे चला गया ना अंदर उदों ही अन्ना हो जाएगा। वो कहण लग्या फिर मैं जान के गया भी देखा ना होआ कि ना। जदों अंदर बढ़िया मत्था टेकिया बाहर आया ते ना अन्ना होया ना कुछ भी नहीं होया। किन्ना दबका मारिया होया है गलत जिहा। बई नाले रब दा घर है ते नाले रब दे बंदियां नूं रोक रहे हो तुसीं, नाले बैर कर रहे हो, नाले वितकरा कर रहे हो। बई इहदे विच जनानी नहीं जा सकती, इहदे विच फलाना बंदा नहीं जा सकता, इत्थे ढिमका नहीं आ सकता। भाई गुरु घर दे विच तां जिहड़ा मर्जी आए। यह वडियाई सतगुरु निर्वैर विच जित मिलिया तिसना भुख उतरै, हर शांत तड़ आवे। जिस दे नाल मिल के, जिस गुरु दे नाल मिल के तृष्णा दी जिहड़ी भुख है वो सारी उतर जाती है ते तत्काल उस समय ही मन दे विच शांति आ जाती। लो हुण आखिर भी सुन। नानक यह आचरित देखो मेरे हर सच्चे शाह को, मेरे सच्चे शाह दा, मेरे सच्चे परमात्मा दा तुसीं एक कौतक देखो। कौतक करिश्मा करामात देखो तुसीं। की करामात है? जे सतगुरु नो मन्ने सो सबना भावै। भाई जेड़ा भी सतगुरु जी नूं मन्नेगा ना, जेड़ा सतगुरु नूं मन्नेगा वो सारे नूं ही चंगा लगेगा। जो हर का प्यारा सो सबना का प्यारा। अगे है पीछे लिखा हुआ है शुद्ध समाप्त हो गई। बिलावल की वार महला चौथा
ਅੱਜ ਸਮਾਪਤ ਹੋਈ ਹੈ। ਗੁਰੂ ਨੇ ਕਿਰਪਾ ਕੀਤੀ ਹੈ। ਕੱਲ੍ਹ ਨੂੰ ਆਪਾਂ ਬਾਬਾ ਕਬੀਰ ਜੀ ਪਾਸੋਂ ਉਪਦੇਸ਼ ਪ੍ਰਾਪਤ ਕਰਾਂਗੇ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਆ ਕੇ ਗੁਰਬਾਣੀ ਦਾ ਲਾਹਾ ਲਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ।